हाँ जी दोस्तों, बोलते अखर दे विहड़े विच तुहाडा निੱਘਾ स्वागत है। ਅੱਜ ਅਸੀਂ ਨਰਿੰਦਰ ਸਿੰਘ ਕਪੂਰ ਸਾਹਿਬ ਦੀ ਪੁਸਤਕ ਬੁਨਿਆਦਾਂ ਤੁਹਾਡੀ ਨਜ਼ਰ ਕਰਨ ਦੀ ਖੁਸ਼ੀ ਲੈ ਰਹੇ ਹਾਂ। ਇਸ ਪੁਸਤਕ ਵਿੱਚ 25 ਬਹੁਤ ਹੀ ਦਿਲਚਸਪ ਤੇ ਜਾਣਕਾਰੀ ਭਰਪੂਰ ਵਿਸ਼ਿਆਂ ਤੇ ਲੇਖ ਲਿਖੇ ਗਏ ਹਨ। ਪਰ ਇਸ ਪੁਸਤਕ ਨੂੰ ਪੜ੍ਹਨ ਸਮੇਂ ਸਾਨੂੰ ਲੱਗਿਆ ਕਿ ਪਾਠਕਾਂ ਨਾਲ ਇਸ ਪੁਸਤਕ ਦੀ ਭੂਮਿਕਾ ਨੂੰ ਵੀ ਸਾਂਝਾ ਕੀਤਾ ਜਾਵੇ, ਕਿਉਂਕਿ ਉਸ ਵਿੱਚ ਵੀ ਕਈ ਮਹੱਤਵਪੂਰਨ ਜਾਣਕਾਰੀਆਂ ਸ਼ਾਮਲ ਹਨ। ਭੂਮਿਕਾ। ਅਸੀਂ ਪਰੰਪਰਾ ਅਤੇ ਪਰਿਵਰਤਨ, ਧਰਮ ਅਤੇ ਵਿਗਿਆਨ ਦੇ ਵਿਚਕਾਰ ਵਿਚਰ ਰਹੇ ਹਾਂ। ਸਾਡੇ ਪੈਮਾਨੇ ਅਤੇ ਤਰਜੀਹਾਂ, ਸਮੱਸਿਆਵਾਂ ਅਤੇ ਉਹਨਾਂ ਨੂੰ ਹੱਲ ਕਰਨ ਦੀਆਂ ਤਕਨੀਕਾਂ ਬਦਲ ਰਹੀਆਂ ਹਨ। ਅਜੋਕੇ ਯੁੱਗ ਵਿੱਚ ਕਿਸੇ ਤਸਵੀਰ ਦੇ ਦੋ ਹੀ ਨਹੀਂ, ਅਨੇਕਾਂ ਪਾਸੇ ਹੁੰਦੇ ਹਨ। ਹੁਣ ਹਰ ਕਿਸੇ ਨੂੰ ਇੱਕੋ ਵੇਲੇ ਕਈ ਬੇੜੀਆਂ ਵਿੱਚ ਪੈਰ ਹੀ ਨਹੀਂ ਰੱਖਣੇ ਪੈ ਰਹੇ, ਸਗੋਂ ਇੱਕੋ ਵੇਲੇ ਕਈ ਦਿਸ਼ਾਵਾਂ ਵਿੱਚ ਚੱਲਣ ਦੀ ਲੋੜ ਵੀ ਪੈ ਰਹੀ ਹੈ, ਜਿਸ ਕਾਰਨ ਹਰ ਕਿਸੇ ਨੂੰ ਸਹਿਯੋਗ ਅਤੇ ਮੁਕਾਬਲੇ ਦੀਆਂ ਦੋਵੇਂ ਹਾਲਤਾਂ ਵਿੱਚ ਪੂਰੇ ਉਤਰਨ ਦੀ ਮਜਬੂਰੀ ਹੈ। ਸਹਿਯੋਗੀ ਅਤੇ ਵਿਰੋਧੀ ਵਿਚਲਾ ਅੰਤਰ ਮਿਟ ਰਿਹਾ ਹੈ। ਹੁਣ ਕੋਈ ਕਿਸੇ ਦਾ ਪੱਕਾ ਸਹਿਯੋਗੀ ਜਾਂ ਪੱਕਾ ਵਿਰੋਧੀ ਨਹੀਂ, ਮੁਕਾਬਲਾ ਸਭ ਨਾਲ ਹੈ। ਹੁਣ ਕੋਈ ਸਮੱਸਿਆ ਇਕਹਿਰੀ ਨਹੀਂ ਰਹੀ। ਜਦੋਂ ਤੱਕ ਸਮੱਸਿਆ ਦੇ ਇਤਿਹਾਸਕ, ਸਮਾਜਿਕ, ਰਾਜਨੀਤਿਕ, ਆਰਥਿਕ, ਭੂਗੋਲਿਕ ਪਿਛੋਕੜ ਨੂੰ ਨਾ ਫਰੋਲਿਆ ਜਾਵੇ ਅਤੇ ਉਸ ਨੂੰ ਵਿਆਪਕ ਸੰਦਰਭ ਵਿੱਚ ਨਾ ਵੇਖਿਆ ਜਾਵੇ, ਉਸ ਦੀ ਸਮਝ ਨਹੀਂ ਆਉਂਦੀ ਅਤੇ ਨਾ ਸਮਝ ਆਉਣ ਕਰਕੇ ਉਹ ਹੱਲ ਨਹੀਂ ਹੁੰਦੀ ਅਤੇ ਕੁਝ ਚਿਰ ਮਗਰੋਂ ਉਹ ਸੰਕਟ ਬਣ ਜਾਂਦੀ ਹੈ। ਸਾਡੇ ਸੋਚਣ ਅਤੇ ਮਹਿਸੂਸ ਕਰਨ ਦੇ ਢੰਗ ਤਰੀਕੇ ਬਦਲ ਗਏ ਹਨ। ਆਲੇ ਦੁਆਲੇ ਵਿੱਚ ਟੁੱਟ ਭੱਜ ਵਾਪਰ ਰਹੀ ਹੈ। ਜੇ ਕੋਈ ਮਹਿਸੂਸ ਕਰਦਾ ਹੈ ਤਾਂ ਉਹ ਸੋਚਦਾ ਵੀ ਹੋਵੇਗਾ। ਜੇ ਸੋਚਦਾ ਹੈ ਤਾਂ ਉਸ ਦੀ ਕੋਈ ਰਾਏ ਵੀ ਹੋਵੇਗੀ। ਜੇ ਰਾਏ ਹੈ ਤਾਂ ਉਹ ਹਾਂ ਪੱਖੀ ਜਾਂ ਨਾ ਪੱਖੀ ਹੋਵੇਗੀ। ਇਵੇਂ ਆਪਣੇ ਦ੍ਰਿਸ਼ਟੀਕੋਣ ਅਤੇ ਸੋਚਣ ਦੇ ਆਧਾਰ ਤੇ ਅਸੀਂ ਸ਼ਕਤੀਸ਼ਾਲੀ ਜਾਂ ਕਮਜ਼ੋਰ ਹੁੰਦੇ ਹਾਂ। ਜਿਹੜੇ ਸਾਡੇ ਨਾਲ ਸਹਿਮਤ ਹੁੰਦੇ ਹਨ, ਉਹਨਾਂ ਤੋਂ ਅਸੀਂ ਕੁਝ ਨਹੀਂ ਸਿੱਖਦੇ। ਸੋ ਜਿਨ੍ਹਾਂ ਨਾਲ ਮੁਕਾਬਲਾ ਹੈ, ਉਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ। ਇਹ ਕਹਿਣਾ ਸਹੀ ਨਹੀਂ ਕਿ ਕੁਝ ਵਿਅਕਤੀ ਸ਼ਕਤੀਸ਼ਾਲੀ ਹੁੰਦੇ ਹਨ ਅਤੇ ਕੁਝ ਕਮਜ਼ੋਰ। ਗਿਆਨ ਪ੍ਰਾਪਤੀ ਅਤੇ ਕਰਮ ਕਰਨ ਦੀ ਸਮਰੱਥਾ ਹਰ ਕਿਸੇ ਵਿੱਚ ਲਗਭਗ ਬਰਾਬਰ ਹੁੰਦੀ ਹੈ, ਪਰ ਕੁਝ ਕਰਨ ਲਈ ਇੱਛਾ ਅਤੇ ਯਤਨ ਕਰਨ ਦੀ ਹਿੰਮਤ ਹਰ ਕਿਸੇ ਵਿੱਚ ਇੱਕੋ ਜਿਹੀ ਨਹੀਂ ਹੁੰਦੀ। ਇਸ ਕਰਕੇ ਹਰ ਕਿਸੇ ਦੀ ਸਫਲਤਾ, ਅਸਫਲਤਾ ਦੀ ਪੱਧਰ ਅਤੇ ਪਰਿਵਰਤਨ ਦੀ ਰਫ਼ਤਾਰ ਵੱਖਰੀ ਹੁੰਦੀ ਹੈ। ਪਰਿਵਰਤਨ ਅਤੇ ਵਿਕਾਸ ਹਮੇਸ਼ਾ ਤਰੱਦਤ ਅਤੇ ਗਿਆਨ ਨਾਲ ਵਾਪਰਦਾ ਹੈ। ਗਿਆਨ ਦੀ ਪ੍ਰਾਪਤੀ ਪਰਿਵਰਤਨ ਦੀ ਭਾਵਨਾ ਅਧੀਨ ਹੀ ਕੀਤੀ ਜਾਂਦੀ ਹੈ। ਨਵੇਂ ਗਿਆਨ ਦੀ ਪ੍ਰਾਪਤੀ ਲਈ ਅਤੇ ਆਧੁਨਿਕ ਯੁੱਗ ਵਿੱਚ ਵਿਕਾਸ ਕਰਨ ਵਾਸਤੇ ਵੇਦਾਂ ਗ੍ਰੰਥਾਂ ਤੋਂ ਬਾਹਰ ਆਉਣਾ ਪਏਗਾ। ਘਰੋਂ ਪਿੰਡੋਂ ਬਹੁਤ ਦੂਰ ਜਾਣਾ ਪਏਗਾ ਅਤੇ ਨਵੀਆਂ ਸਮੱਸਿਆਵਾਂ ਉੱਤੇ ਨਵੇਂ ਫਾਰਮੂਲੇ ਲਾਗੂ ਕਰਨੇ ਪੈਣਗੇ। ਨਿੱਤ ਬਦਲਦੀ ਤਕਨਾਲੋਜੀ ਦੇ ਅਜੋਕੇ ਸੰਸਾਰ ਵਿੱਚ ਕੁਝ ਵੀ ਸਦੀਵੀ ਹੋਣ ਦਾ ਵਿਸ਼ਵਾਸ ਨਹੀਂ ਰਿਹਾ। ਜੋ ਵਿਵਸਥਾ ਅੱਜ ਹੈ, ਉਹ ਕਿਸੇ ਪਹਿਲੀ ਵਿਵਸਥਾ ਨੂੰ ਰੱਦ ਕਰਕੇ ਸਥਾਪਿਤ ਹੋਈ ਹੈ ਅਤੇ ਅੱਜ ਦੀ ਵਿਵਸਥਾ ਨੂੰ ਭਵਿੱਖ ਦੀ ਕਿਸੇ ਨਵੀਂ ਵਿਵਸਥਾ ਜਾਂ ਵਿਚਾਰਧਾਰਾ ਨੇ ਰੱਦ ਕਰ ਦੇਣਾ ਹੈ। ਵਿਚਾਰ ਤੀਰਾਂ ਵਾਂਗ ਹੁੰਦੇ ਹਨ, ਪਰ ਇਹਨਾਂ ਵਿੱਚ ਉਡਾਨ ਭਰਨ ਵਾਲੀ ਕਮਾਨ ਦੀ ਤਾਕਤ ਵੀ ਹੋਣੀ ਚਾਹੀਦੀ ਹੈ। ਅਨੁਭਵ, ਤਜਰਬਾ, ਜੱਦੋ-ਜਹਿਦ ਅਤੇ ਗਿਆਨ ਕਮਾਨਾਂ ਦੇ ਨਾਂ ਹਨ। ਜਿਵੇਂ ਦੋਸਤੋ, ਦਰਖਤਾਂ ਨੂੰ ਮਜ਼ਬੂਤ ਬਣਨ ਲਈ ਉਹਨਾਂ ਨੂੰ ਹਨੇਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਵੇਂ ਹੀ ਪਰਿਵਰਤਨ ਲਿਆਉਣ ਵਾਲੇ ਕਰਮਸ਼ੀਲ ਮੋਹਰੀਆਂ ਲਈ ਭਾਂਤ-ਭਾਂਤ ਦੀਆਂ ਮੁਸ਼ਕਲਾਂ, ਮੁਸੀਬਤਾਂ, ਹਾਰਾਂ ਅਤੇ ਅਸਫਲਤਾਵਾਂ ਵਿੱਚੋਂ ਲੰਘਣਾ ਲਾਜ਼ਮੀ ਹੁੰਦਾ ਹੈ। ਹਰ ਪੱਧਰ ਤੇ ਨਿਰੰਤਰ ਮੁਕਾਬਲੇ ਕਾਰਨ ਜ਼ਿੰਦਗੀ ਸੌਖੀ ਨਹੀਂ ਰਹੀ। ਜਿਨ੍ਹਾਂ ਤੋਂ ਪ੍ਰਸੰਨਤਾ ਦੀ ਆਸ ਹੁੰਦੀ ਹੈ, ਉਹ ਪਰੇਸ਼ਾਨ ਕਰਨ ਲੱਗ ਪੈਂਦੇ ਹਨ। ਇਕੱਲ ਅਤੇ ਵਿਜੋਗੇਪਣ ਦੀ ਹਾਲਤ ਦੌਰਾਨ ਦਰਦ ਨਾਲ ਭਾਰੂ ਪਲਾਂ ਵਿੱਚ ਚੰਗੇ ਦਿਨਾਂ ਲਈ ਆਸ ਉਮੀਦ ਮੁਫਤ ਨਹੀਂ ਮਿਲਦੀ। ਤਿਆਰੀ ਨਾ ਕਰਨ ਅਤੇ ਤਿਆਰ ਨਾ ਹੋਣ ਕਰਕੇ ਜ਼ਿੰਦਗੀ ਵਿੱਚ ਖਤਰੇ ਵੱਧ ਗਏ ਹਨ। ਪਰ ਇਹ ਵੀ ਸੱਚ ਹੈ ਕਿ ਜੇ ਹਾਰਨ ਦਾ ਖਤਰਾ ਨਾ ਹੋਵੇ ਤਾਂ ਜਿੱਤ ਦੀ ਕਦਰ ਨਹੀਂ ਪੈਂਦੀ। ਹੁਣ ਜੀਵਨ ਦਾ ਉਦੇਸ਼ ਸ਼ਾਂਤੀ ਨਹੀਂ, ਸਫਲਤਾ ਹੈ। ਨਿਰਸੰਦੇਹ ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋਣ ਵਾਲੀਆਂ ਨਹੀਂ ਹੁੰਦੀਆਂ, ਕਿਉਂਕਿ ਕਈ ਗੰਢਾਂ ਖੁੱਲਦੀਆਂ ਹੀ ਨਹੀਂ, ਪਰ ਜਿਨ੍ਹਾਂ ਸਮੱਸਿਆਵਾਂ ਵਿੱਚ ਦਿਲਚਸਪੀ ਲਈ ਜਾਵੇ ਉਹ ਹੱਲ ਹੋਣ ਲੱਗ ਪੈਂਦੀਆਂ ਹਨ। ਦਿਲਚਸਪੀ ਉਪਜਾਉਣ ਦਾ ਕਾਰਜ ਪੁਸਤਕਾਂ ਕਰਦੀਆਂ ਹਨ।
ਜਿਹੜੀ ਪੁਸਤਕ ਸਾਨੂੰ ਪ੍ਰਭਾਵਿਤ ਕਰਦੀ ਹੈ ਉਹ ਸਾਨੂੰ ਬਦਲਦੀ ਵੀ ਹੈ। ਹਥਲੀ ਪੁਸਤਕ ਇਸ ਉਦੇਸ਼ ਨਾਲ ਲਿਖੀ ਗਈ ਹੈ ਕਿ ਤੁਸੀਂ ਜਾਣ ਸਕੋ ਕਿ ਭਾਵੇਂ ਪਰਿਵਰਤਨ ਮੁਸ਼ਕਲ ਹੈ, ਪਰ ਪਰਿਵਰਤਨ ਦੀ ਡਾਢੀ ਲੋੜ ਹੈ ਅਤੇ ਇਹ ਸਾਡੇ ਬਦਲਣ ਨਾਲ ਹੀ ਆਵੇਗਾ। ਇਹ ਪੁਸਤਕ ਕੁਝ ਅਜਿਹੇ ਬੁਨਿਆਦੀ ਵਿਸ਼ਿਆਂ ਤੇ ਲਿਖੇ ਲੇਖਾਂ ਦਾ ਸੰਗ੍ਰਹਿ ਹੈ ਜਿਨ੍ਹਾਂ ਵਿਸ਼ਿਆਂ ਤੇ ਪੰਜਾਬੀ ਵਿੱਚ ਪਹਿਲੀ ਵਾਰ ਲਿਖਿਆ ਜਾ ਰਿਹਾ ਹੈ। ਜਦੋਂ ਲਿਖਣ ਦੀ ਦ੍ਰਿਸ਼ਟੀ ਨਾਲ ਮੈਂ ਇਹਨਾਂ ਵਿਸ਼ਿਆਂ ਵਿੱਚ ਦਿਲਚਸਪੀ ਲਈ ਤਾਂ ਇਹਨਾਂ ਦੀ ਵੰਗਾਰ ਨੇ ਮੈਨੂੰ ਜਾਣਨ, ਖੋਜਣ ਅਤੇ ਸੋਚਣ ਦੇ ਰਾਹ ਪਾਇਆ। ਆਸ ਹੈ ਤੁਸੀਂ ਵੀ ਸੋਚਣ ਦਾ ਯਤਨ ਕਰੋਗੇ। ਦਿਲ, ਯੁੱਗ, ਖਿੱਚ, ਹੱਥ, ਚੁੱਪ, ਸ਼ੀਸ਼ਾ, ਜ਼ਿੰਮੇਵਾਰੀ, ਝੂਠ, ਸ਼ਰਮ, ਘੋੜਾ, ਮੈਂ, ਲਾਲਚ, ਆਲੂ, ਗੁੱਸਾ, ਨੱਕ, ਪੈਸਾ, ਹਮਦਰਦੀ ਆਦਿ ਵਿਸ਼ੇ ਵੇਖਣ ਨੂੰ ਸਧਾਰਨ ਜਿਹੇ ਲੱਗਦੇ ਹਨ, ਪਰ ਇਹਨਾਂ ਬਾਰੇ ਲਿਖਦਿਆਂ ਮਹਿਸੂਸ ਹੋਇਆ ਕਿ ਸੂਚਨਾ ਦੇ ਅਜੋਕੇ ਯੁੱਗ ਵਿੱਚ ਫੈਲਦੇ ਗਿਆਨ ਕਾਰਨ ਕੁਝ ਵੀ ਸਧਾਰਨ ਨਹੀਂ ਰਿਹਾ, ਕਿਉਂਕਿ ਗਿਆਨ ਦੇ ਹਰ ਖੇਤਰ ਵਿੱਚ ਡੂੰਘੀ ਪੁਣ-ਛਾਣ ਹੋ ਰਹੀ ਹੈ। ਇਹਨਾਂ ਲੇਖਾਂ ਰਾਹੀਂ ਪਾਠਕ ਦੀ 3 ਪ੍ਰਕਾਰ ਦੀ ਜਿਗਿਆਸਾ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਗਿਆ ਹੈ। ਇਵੇਂ ਕਿਉਂ ਹੁੰਦਾ ਹੈ? ਇਹ ਕਿਵੇਂ ਹੁੰਦਾ ਹੈ? ਅੱਛਾ, ਇਵੇਂ ਵੀ ਹੁੰਦਾ ਹੈ। ਇਸ ਪੁਸਤਕ ਦਾ ਉਦੇਸ਼ ਜ਼ਿੰਦਗੀ ਨਾਲ ਜੁੜੇ ਵੱਖ-ਵੱਖ ਮਸਲਿਆਂ ਰਾਹੀਂ ਪਾਠਕ ਦੇ ਮਨ ਨੂੰ ਖੋਲ੍ਹਣਾ ਹੈ। ਸੋ ਇਹ ਖੁੱਲ੍ਹੇ ਮਨ ਨਾਲ ਹੌਲੀ-ਹੌਲੀ ਪੜ੍ਹਨ ਵਾਲੀ ਸੰਘਣੀ ਅਤੇ ਗੂੜ੍ਹੀ ਵਾਰਤਕ ਦੀ ਪੁਸਤਕ ਹੈ, ਜਿਸ ਵਿੱਚ ਨਿਮਾਣੀਆਂ ਗੱਲਾਂ ਨੂੰ ਵਿਸ਼ਾਲ ਅਤੇ ਡੂੰਘੀ ਦ੍ਰਿਸ਼ਟੀ ਨਾਲ ਸਮਝਣ ਦਾ ਉਪਰਾਲਾ ਕੀਤਾ ਗਿਆ ਹੈ, ਤਾਂ ਕਿ ਜ਼ਿੰਦਗੀ ਤੇ ਸਾਡੀ ਪਕੜ ਪੀਡੀ ਹੋਵੇ ਅਤੇ ਸਾਡੀ ਸਫਲਤਾ ਦੀ ਸੰਭਾਵਨਾ ਜਾਗੇ। ਜਿਉਣ ਦਾ ਬਹਾਨਾ ਹਰ ਕੋਈ ਲੱਭ ਲੈਂਦਾ ਹੈ। ਲੋੜ ਉਦੇਸ਼ ਲੱਭਣ ਦੀ ਹੈ। ਆਸ ਹੈ ਕਿ ਜ਼ਿੰਦਗੀ ਦਾ ਉਦੇਸ਼ ਲੱਭਣ ਵਿੱਚ ਇਹ ਪੁਸਤਕ ਸਹਿਯੋਗੀ ਸਿੱਧ ਹੋਵੇਗੀ। ਉਦੇਸ਼ ਲੱਭ ਜਾਵੇ ਤਾਂ ਚੱਲਣਾ ਸੌਖਾ ਹੋ ਜਾਂਦਾ ਹੈ। ਜੇ ਚੱਲਾਂਗੇ ਤਾਂ ਹੀ ਪਹੁੰਚਾਂਗੇ, ਕਿਉਂਕਿ ਪਹੁੰਚਣਾ ਚੱਲਣ ਦਾ ਹੀ ਦੂਜਾ ਸਿਰਾ ਹੁੰਦਾ ਹੈ। ਤੁਹਾਡੇ ਨਾਲ ਚੱਲਣ ਅਤੇ ਤੁਹਾਡੇ ਨਿਸ਼ਾਨੇ ਤੇ ਪਹੁੰਚਣ ਦੀ ਤਾਂਘ ਨਾਲ ਇਹ ਲੇਖ ਸੰਗ੍ਰਹਿ ਤੁਹਾਨੂੰ ਭੇਟ ਕਰਨ ਦੀ ਮੌਜ ਮਾਣ ਰਿਹਾ ਹਾਂ। ਨਰਿੰਦਰ ਸਿੰਘ ਕਪੂਰ। ਬੁਨਿਆਦਾਂ। ਦੋਸਤੋ, ਪਹਿਲਾ ਲੇਖ ਹੈ ਦਿਲ ਦਾ ਟੁੱਟਣਾ। ਦਿਲ ਨੇ ਤਾਂ ਆਖਰ ਟੁੱਟਣਾ ਹੀ ਹੁੰਦਾ ਹੈ। ਪਿਆਰ ਦੇ ਮੁਕੰਮਲ ਅਤੇ ਡੂੰਘੇ ਅਨੁਭਵ ਲਈ ਦਿਲ ਦਾ ਟੁੱਟਣਾ ਲਾਜ਼ਮੀ ਹੈ। ਕਿਸੇ ਨਾਲ ਪਿਆਰ ਹੋਣ ਤੇ ਅਸੀਂ ਸੋਚਣਾ ਬੰਦ ਕਰ ਦਿੰਦੇ ਹਾਂ ਅਤੇ ਸਾਡਾ ਮਹਿਸੂਸਣਾ ਵੱਧ ਜਾਂਦਾ ਹੈ ਅਤੇ ਸੁਪਨੇ ਵੇਖਣ ਦੀ ਆਦਤ ਪੈ ਜਾਂਦੀ ਹੈ। ਇਹ ਸਿਖਰਲੇ ਅਨੁਭਵ ਅਤੇ ਡੂੰਘੀ ਖੁਮਾਰੀ ਦਾ ਆਲਮ ਹੁੰਦਾ ਹੈ। ਇਹ ਸਿਖਰਲੇ ਅਨੁਭਵ ਅਤੇ ਡੂੰਘੀ ਖੁਮਾਰੀ ਦਾ ਆਲਮ ਹੁੰਦਾ ਹੈ। ਜਿਤਨਾ ਚਿਰ ਸੋਚਣਾ ਮਨਸੂਖ ਹੋਇਆ ਰਹਿੰਦਾ ਹੈ, ਪਿਆਰ ਚੱਲਦਾ ਰਹਿੰਦਾ ਹੈ। ਸੋਚ ਮੁੱਖ ਤੌਰ ਤੇ ਨਫੇ ਨੁਕਸਾਨ ਲਈ ਹੁੰਦੀ ਹੈ। ਜਿਹੜੀ ਧਿਰ ਸੋਚਣਾ ਪਹਿਲਾਂ ਆਰੰਭ ਕਰਦੀ ਹੈ, ਉਹ ਜਜ਼ਬੇ ਠੰਡੇ ਹੋ ਜਾਣ ਕਾਰਨ ਦੂਜੀ ਧਿਰ ਪ੍ਰਤੀ ਅਵੇਸਲੀ ਹੋ ਜਾਂਦੀ ਹੈ ਅਤੇ ਕਈ ਵਾਰੀ ਗੈਰ ਹਾਜ਼ਰ ਹੀ ਹੋ ਜਾਂਦੀ ਹੈ। ਇਸ ਹਾਲਤ ਵਿੱਚ ਦੂਜੀ ਧਿਰ ਦਾ ਦਿਲ ਟੁੱਟਦਾ ਹੈ। ਦਿਲ ਦਾ ਟੁੱਟਣਾ ਭਾਵਕ ਵਿਕਾਸ ਦਾ ਇੱਕ ਮਹੱਤਵਪੂਰਨ ਪੜਾਅ ਹੁੰਦਾ ਹੈ। ਦਿਲ ਦੇ ਟੁੱਟਣ ਨਾਲ ਹੀ ਮਨੁੱਖ ਕਵੀ, ਕਲਾਕਾਰ, ਸੰਗੀਤਕਾਰ ਬਣਦਾ ਹੈ। ਦਿਲ ਦੇ ਟੁੱਟਣ ਉਪਰੰਤ ਹੀ ਪਤਾ ਲੱਗਦਾ ਹੈ ਕਿ ਪ੍ਰੇਮੀ ਦੀ ਧਾਤ ਕੀ ਹੈ। ਉਹ ਹੀਰਾ ਹੈ ਜਾਂ ਸੋਨਾ, ਚਾਂਦੀ ਹੈ ਜਾਂ ਪਿੱਤਲ। ਸਫਲ ਪਿਆਰ ਵਿੱਚੋਂ ਕੁਝ ਨਹੀਂ ਉਪਜਦਾ। ਸਫਲ ਪਿਆਰ ਵਿੱਚੋਂ ਕੇਵਲ ਬੱਚੇ ਉਪਜਦੇ ਹਨ, ਪਰੰਤੂ ਜੋ ਮੁੱਲਵਾਨ ਹੁੰਦਾ ਹੈ ਉਹ ਅਸਫਲ ਪਿਆਰ ਵਿੱਚੋਂ ਅਤੇ ਅਕਸਰ ਦਿਲ ਟੁੱਟਣ ਉਪਰੰਤ ਉਪਜਦਾ ਹੈ। ਇਹ ਸੰਭਵ ਹੈ ਕਿ ਕਿਸੇ ਦਾ ਕਿਸੇ ਨਾਲ ਦਿਲ ਜੁੜ ਜਾਵੇ ਅਤੇ ਕਿਸੇ ਨੂੰ ਪਤਾ ਨਾ ਲੱਗੇ, ਪਰ ਇਹ ਸੰਭਵ ਨਹੀਂ ਕਿ ਦਿਲ ਟੁੱਟ ਜਾਵੇ ਅਤੇ ਟੁੱਟਣ ਦੀ ਆਵਾਜ਼ ਹੀ ਨਾ ਆਵੇ। ਦਿਲ ਟੁੱਟਣ ਤੇ ਹਰ ਕੋਈ ਆਪਣੇ ਆਪ ਨੂੰ ਵਿਸ਼ੇਸ਼, ਮਹੱਤਵਪੂਰਨ ਅਤੇ ਘੋਰ ਉਦਾਸੀ ਦਾ ਮਾਹਿਰ ਸਮਝਣ ਲੱਗ ਪੈਂਦਾ ਹੈ। ਅਸੀਂ ਟੁੱਟ ਭੱਜ ਅਤੇ ਉਥਲ ਪੁਥਲ ਦੇ ਜ਼ਮਾਨੇ ਵਿੱਚ ਰਹਿ ਰਹੇ ਹਾਂ। ਕਈ ਦਿਲ ਤੋੜਦੇ ਹਨ, ਕਈਆਂ ਦਾ ਦਿਲ ਟੁੱਟਦਾ ਹੈ। ਇਸ ਅਨੁਭਵ ਲਈ ਤੰਗ ਦਾ ਕੋਈ ਨਹੀਂ, ਪਰ ਇਹ ਵਾਪਰਦਾ ਲਗਭਗ ਹਰ ਕਿਸੇ ਨਾਲ ਹੈ। ਵੇਖਿਆ ਗਿਆ ਹੈ ਕਿ ਜਿਸ ਦਾ ਪਹਿਲਾ ਪਿਆਰ ਅਨੁਭਵ ਹੁੰਦਾ ਹੈ, ਅਕਸਰ ਉਸ ਦਾ ਹੀ ਦਿਲ ਟੁੱਟਦਾ ਹੈ। ਇਸ ਉਪਰੰਤ ਉਸ ਨੂੰ ਇਸ ਸਦਮਾ ਬਰਦਾਸ਼ਤ ਕਰਨ ਅਤੇ ਆਪਣੇ ਟੁੱਟੇ ਦਿਲ ਦੀ ਮਾਲਿਸ਼ ਕਰਕੇ ਉਸ ਨੂੰ ਠੀਕ ਕਰਨ ਦੀ ਜਾਚ ਆ ਜਾਂਦੀ ਹੈ। ਕਈ ਵਾਰ ਦਿਲ ਨੂੰ ਮੋਚ ਆ ਜਾਂਦੀ ਹੈ, ਜਿਹੜੀ ਕੁਝ ਦਿਨਾਂ ਦੀ ਔਖ, ਮਾਯੂਸੀ ਅਤੇ ਨਿਰਾਸ਼ਤਾ ਅਤੇ ਉਦਾਸੀ ਉਪਰੰਤ ਭੁੱਲ ਜਾਂਦੀ ਹੈ। ਕਈਆਂ ਦਾ ਇੱਕੋ ਵੇਲੇ ਕਈਆਂ ਨਾਲ ਪਿਆਰ ਹੁੰਦਾ ਹੈ ਅਤੇ ਜਦੋਂ ਕੋਈ ਇੱਕ ਦਿਲ ਤੋੜਦਾ ਹੈ ਤਾਂ ਘਾਟਾ ਪੂਰਾ ਕਰਨ ਵਾਸਤੇ ਇੱਕ ਹੋਰ ਪਿਆਰ ਪਾ ਲਿਆ ਜਾਂਦਾ ਹੈ। ਕਿਸੇ ਨੇ ਕਿਹਾ ਹੈ
ਦਿੱਲੀ ਵਾਲਾ ਦਿਲ ਤੋੜ ਗਿਆ ਹੈ, ਪਰ ਜਲੰਧਰ, ਮੋਗੇ ਅਤੇ ਚੰਡੀਗੜ੍ਹ ਵਾਲਾ ਅਜੇ ਠੀਕ ਚੱਲ ਰਿਹਾ ਹੈ। ਜੋ ਮਰਜ਼ੀ ਕਹੋ, ਪਿਆਰ ਵਰਗਾ ਕੋਈ ਹੋਰ ਅਨੁਭਵ ਨਹੀਂ ਹੁੰਦਾ। ਇਸ ਵਿੱਚ ਸਰੀਰਕ ਸਮਾਗਮ ਦੀ ਸੰਭਾਵਨਾ ਹੁੰਦੀ ਹੈ। ਹੀਰ ਰਾਂਝਾ, ਸੋਹਣੀ ਮਹੀਵਾਲ ਆਦਿ ਪ੍ਰੇਮੀਆਂ ਦਾ ਵਿਲੱਖਣ ਪੱਖ ਇਹ ਸੀ ਕਿ ਇਹ ਦੋਹਾਂ ਦਾ ਪਹਿਲਾ ਪਿਆਰ ਅਨੁਭਵ ਸੀ। ਇਸ ਕਰਕੇ ਦੋਹਾਂ ਦਾ ਇੱਕੋ ਵੇਲੇ ਦਿਲ ਟੁੱਟਿਆ ਸੀ ਅਤੇ ਉਹ ਦਿਲ ਟੁੱਟਣ ਕਾਰਨ ਹੀ ਪ੍ਰਸਿੱਧ ਹੋਏ ਸਨ। ਅਜੋਕੇ ਸਮੇਂ ਵਿੱਚ ਅਕਸਰ ਇੱਕ ਧਿਰ ਤਜਰਬੇਕਾਰ ਹੁੰਦੀ ਹੈ, ਜਦੋਂ ਕਿ ਦੂਜੀ ਧਿਰ ਪਹਿਲੀ ਵਾਰ ਪਿਆਰ ਕਰ ਰਹੀ ਹੁੰਦੀ ਹੈ। ਸੋ ਅਕਸਰ ਤਜਰਬੇਕਾਰ ਧਿਰ ਸੱਜਰੀ ਧਿਰ ਦਾ ਦਿਲ ਤੋੜਦੀ ਹੈ। ਜੇ ਦੋਵੇਂ ਧਿਰਾਂ ਦਾ ਇਹ ਦੂਜਾ ਜਾਂ ਤੀਜਾ ਪਿਆਰ ਹੋਵੇ ਤਾਂ ਇਸ ਰਿਸ਼ਤੇ ਦਾ ਸੁਭਾਅ ਨਾਜਾਇਜ਼ ਸਬੰਧਾਂ ਵਾਲਾ ਹੁੰਦਾ ਹੈ। ਨਾਜਾਇਜ਼ ਰਿਸ਼ਤੇ ਵਿੱਚ ਦਿਲ ਨਹੀਂ ਟੁੱਟਦਾ, ਕਿਉਂਕਿ ਇਹ ਰਿਸ਼ਤਾ ਹੀ ਆਰਜ਼ੀ ਹੁੰਦਾ ਹੈ। ਇਹ ਪਿਆਰ ਦਾ ਰਿਸ਼ਤਾ ਨਹੀਂ ਹੁੰਦਾ। ਇਹ ਇੱਕ ਦੂਜੇ ਦੀ ਭੁੱਖ ਅਤੇ ਲੋੜ ਪੂਰੀ ਕਰਨ ਵਾਲਾ ਰਿਸ਼ਤਾ ਹੁੰਦਾ ਹੈ। ਨਾਜਾਇਜ਼ ਰਿਸ਼ਤੇ ਦੇ ਟੁੱਟਣ ਤੇ ਔਖ ਹੀ ਹੁੰਦੀ ਹੈ, ਜਿਵੇਂ ਮਕਾਨ ਬਦਲਣਾ ਪੈ ਗਿਆ ਹੋਵੇ ਜਾਂ ਜਿਵੇਂ ਟੈਲੀਫੋਨ ਨੰਬਰ ਬਦਲ ਗਿਆ ਹੋਵੇ। ਪਿਆਰ ਦਾ ਰਿਸ਼ਤਾ ਆਸਾਂ, ਉਮੀਦਾਂ, ਵਾਅਦਿਆਂ, ਸੁਪਨਿਆਂ ਅਤੇ ਰਹੱਸਮਈ ਬੁਝਾਰਤਾਂ ਦਾ ਰਿਸ਼ਤਾ ਹੁੰਦਾ ਹੈ। ਇਸ ਰਿਸ਼ਤੇ ਵਿੱਚ ਪ੍ਰੇਮੀ ਸਮਝਦਾ ਹੈ ਕਿ ਉਸ ਦੀ ਪ੍ਰੇਮਿਕਾ ਉਸ ਵੱਲੋਂ ਰੱਬ ਨੂੰ ਕੀਤੀਆਂ ਅਰਦਾਸਾਂ ਦਾ ਜਵਾਬ ਹੈ, ਅਤੇ ਪ੍ਰੇਮਿਕਾ ਸਮਝਦੀ ਹੈ ਕਿ ਉਸ ਦੇ ਪ੍ਰੇਮੀ ਕੋਲ ਉਸ ਦੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਹਨ। ਪਿਆਰ ਵਿੱਚ ਇਸਤਰੀ ਅਕਸਰ ਪੁਰਸ਼ ਨਾਲੋਂ ਵਧੇਰੇ ਸੁਹਿਰਦ ਅਤੇ ਵੱਧ ਕੁਰਬਾਨੀਆਂ ਕਰਨ ਵਾਲੀ ਹੁੰਦੀ ਹੈ, ਪਰ ਉਸ ਉੱਤੇ ਪਰਿਵਾਰਕ ਬੰਧਨ ਅਤੇ ਉਸ ਦੀਆਂ ਸਮਾਜਿਕ ਅਤੇ ਸੱਭਿਆਚਾਰਕ ਮਜਬੂਰੀਆਂ ਵਧੇਰੇ ਹੁੰਦੀਆਂ ਹਨ। ਪਿਆਰ ਅਤੇ ਦਿਲ ਟੁੱਟਣ ਦਾ ਦੁੱਖ ਇਸਤਰੀ ਨੂੰ ਵਧੇਰੇ ਹੁੰਦਾ ਹੈ। ਪਿਆਰ ਦੇ ਸੰਬੰਧ ਵਿੱਚ ਪੁਰਸ਼ਾਂ ਅਤੇ ਇਸਤਰੀਆਂ ਦੀਆਂ ਤਰਜੀਹਾਂ ਵੱਖਰੀਆਂ ਹੁੰਦੀਆਂ ਹਨ। ਪ੍ਰੇਮਿਕਾ ਦਾ ਰਕੀਬ ਨਾਲ ਵਿਆਹ ਅਸਹਿ ਘਟਨਾ ਹੁੰਦੀ ਹੈ, ਜਿਹੜੀ ਕਈ ਵਾਰੀ ਆਤਮਘਾਤ ਬਣ ਜਾਂਦੀ ਹੈ ਅਤੇ ਅਕਸਰ ਪ੍ਰੇਮੀ ਨੂੰ ਅਪਰਾਧੀ ਬਣਾ ਦਿੰਦੀ ਹੈ। ਪਿਆਰ ਵਿੱਚ ਜਦੋਂ ਇੱਕ ਧਿਰ ਦੂਜੀ ਧਿਰ ਤੋਂ ਉਸ ਦੀ ਸਮਰੱਥਾ ਨਾਲੋਂ ਵਧੇਰੇ ਅਤੇ ਵੱਡੀਆਂ ਕੁਰਬਾਨੀ ਮੰਗਦੀ ਹੈ, ਤਾਂ ਵਫ਼ਾਦਾਰੀ ਦਾ ਸੰਕਟ ਉਪਜਦਾ ਹੈ। ਜਾਂ ਪਿਆਰ ਵਿੱਚ ਇੱਕ ਪੜਾਅ ਤੇ ਇਸਤਰੀ ਆਪਣੇ ਪ੍ਰੇਮੀ ਨੂੰ ਇੱਕ ਸਵਾਲ ਪੁੱਛਦੀ ਹੈ, ਜਿਸ ਦੇ ਜਵਾਬ ਨਾਲ ਉਹਨਾਂ ਦੇ ਸਦਾ ਲਈ ਜੁੜਨ ਜਾਂ ਸੰਬੰਧਾਂ ਦੇ ਉਸੇ ਵੇਲੇ ਟੁੱਟਣ ਦਾ ਫੈਸਲਾ ਹੁੰਦਾ ਹੈ। ਇਸ ਹਾਲਤ ਵਿੱਚ ਜੇ ਰਿਸ਼ਤਾ ਟੁੱਟ ਜਾਵੇ ਤਾਂ ਪੁਰਸ਼ ਅਕਸਰ ਕਹਿੰਦਾ ਹੈ, ਉਹ ਮੇਰੀਆਂ ਆਸਾਂ ਉਮੀਦਾਂ ਤੇ ਪੂਰੀ ਨਹੀਂ ਉਤਰੀ, ਪਰ ਕੀ ਉਹ ਆਪ ਉਸ ਦੀਆਂ ਆਸਾਂ ਤੇ ਪੂਰਾ ਉਤਰਿਆ ਹੁੰਦਾ ਹੈ? ਪੁਰਸ਼ ਪ੍ਰੇਮਿਕਾ ਦੀ ਸਰੀਰਕ ਸੁੰਦਰਤਾ ਅਤੇ ਭਾਵਕ ਅਮੀਰੀ ਨੂੰ ਮਾਣਨ ਲਈ ਪਿਆਰ ਕਰਦਾ ਹੈ, ਜਦੋਂ ਕਿ ਇਸਤਰੀ ਅਣਜਾਣੇ, ਅਜਨਬੀ, ਅਣਕਿਆਸੇ, ਕਾਲਪਨਿਕ, ਅਦਭੁਤ ਅਨੁਭਵਾਂ ਦੇ ਰੋਮਾਂਸ, ਪਹਿਰਾਵਿਆਂ ਦੀ ਚਹਿਲ-ਪਹਿਲ ਅਤੇ ਸ਼ਾਬਦਿਕ ਅਤੇ ਭਾਵਕ ਚੋਹਲ-ਮੋਹਲ ਦੀ ਅਭਿਲਾਸ਼ੀ ਹੁੰਦੀ ਹੈ। ਅਜੋਕੇ ਯੁੱਗ ਵਿੱਚ ਪੁਰਾਣੇ ਦੀ ਥਾਂ ਨਵਾਂ ਦਿਲ ਪੈ ਜਾਂਦਾ ਹੈ ਅਤੇ ਪੁਰਾਣੇ ਦਿਲ ਦੀ ਮੁਰੰਮਤ ਵੀ ਹੋ ਜਾਂਦੀ ਹੈ। ਕੰਮ-ਚੋਰ, ਲਾਡਲਿਆਂ ਅਤੇ ਨਲਾਇਕਾਂ ਦਾ ਦਿਲ ਵਧੇਰੇ ਟੁੱਟਦਾ ਹੈ, ਜਾਂ ਉਹ ਦਿਲ ਦਾ ਟੁੱਟਣਾ ਮਹਿਸੂਸ ਵਧੇਰੇ ਕਰਦੇ ਹਨ। ਕਾਰਨ ਇਹ ਹੁੰਦਾ ਹੈ ਕਿ ਉਹ ਆਪਣਾ ਅਸਲੀ ਅਤੇ ਔਖਾ ਕੰਮ ਕਰਨ ਦੀ ਥਾਂ ਕਿਸੇ ਨੂੰ ਪਿਆਰ ਕਰਨ ਅਤੇ ਹਰ ਵੇਲੇ ਉਦਾਸ ਵਿਖਾਈ ਦੇਣ ਦਾ ਸੌਖਾ ਕਾਰਜ ਕਰਨ ਲੱਗ ਪੈਂਦੇ ਹਨ, ਅਤੇ ਜਦੋਂ ਪ੍ਰੇਮਿਕਾ ਵੱਲੋਂ ਤਿਆਗੇ ਜਾਣ ਕਾਰਨ ਉਹਨਾਂ ਦਾ ਦਿਲ ਟੁੱਟਦਾ ਹੈ, ਤਾਂ ਵੱਡੀ ਨਿਰਾਸ਼ਤਾ ਇਸ ਗੱਲ ਦੀ ਹੁੰਦੀ ਹੈ ਕਿ ਹੁਣ ਅਸਲੀ ਅਤੇ ਔਖਾ ਕੰਮ ਕਰਨਾ ਪਏਗਾ। ਇਸ ਹਾਲਤ ਵਿੱਚ ਪ੍ਰੇਮੀ ਕੇਲੇ ਤੋਂ ਕਰੇਲਾ ਅਤੇ ਖਜੂਰ ਤੋਂ ਛੁਹਾਰਾ ਬਣ ਜਾਂਦਾ ਹੈ। ਇੱਕ ਤਰਫਾ ਪਿਆਰ ਕਰਨ ਵਾਲੇ ਆਪੇ ਸਿਰਜੀ ਅਤੇ ਐਲਾਨੀ ਪ੍ਰੇਮਿਕਾ ਦੇ ਵਿਆਹੇ ਜਾਣ ਤੇ ਬਹੁਤ ਅਧਿਕ ਵਿਰਲਾਪ ਕਰਦੇ ਹਨ। ਜਿਨ੍ਹਾਂ ਦਾ ਨਵਾਂ ਦਿਲ ਟੁੱਟਿਆ ਹੋਵੇ, ਉਹ ਉਦਾਸ ਹੋਣ ਅਤੇ ਮਾਯੂਸ ਦਿਸਣ ਵਿੱਚ ਮਾਹਿਰ ਹੋ ਜਾਂਦੇ ਹਨ, ਅਤੇ ਉਹਨਾਂ ਨੂੰ ਵੇਖ ਕੇ ਸਹਿਜੇ ਹੀ ਵਿਸ਼ਵਾਸ ਹੋ ਜਾਂਦਾ ਹੈ ਕਿ ਪ੍ਰੇਮੀ ਦੇ ਦਿਲ ਦੀ ਚੌਗਾਟ ਵਿੱਚ ਕਾਣ ਪੈ ਗਈ ਹੈ ਅਤੇ ਉਸ ਦੀਆਂ ਅੱਖਾਂ ਦਾ ਕੋਠਾ ਸੋਕੇ ਵਿੱਚ ਵੀ ਚੋਂਦਾ ਰਹਿੰਦਾ ਹੈ। ਦਿਲ ਟੁੱਟਣ ਦੀ ਪ੍ਰਕਿਰਿਆ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਜਾਣਿਆ ਜਾਵੇ ਕਿ ਟੁੱਟਣ ਵਾਲਾ ਪਿਆਰ ਪੈਂਦਾ ਕਿਵੇਂ ਅਤੇ ਕਿਹਨਾਂ ਨਾਲ ਹੈ, ਅਤੇ ਦਿਲ ਕਦੋਂ, ਕਿੱਥੇ, ਕਿਤਨਾ ਅਤੇ ਕਿਵੇਂ ਟੁੱਟਦਾ ਹੈ। ਪਿਆਰ ਕੇਵਲ ਮਨੁੱਖ ਕਰਦੇ ਹਨ, ਪਸ਼ੂ ਸੰਭੋਗ ਹੀ ਕਰਦੇ ਹਨ। ਮਨੁੱਖ ਕਰਦੇ ਤਾਂ ਪਿਆਰ ਹਨ, ਪਰ ਉਦੇਸ਼ ਸੰਭੋਗ ਹੀ ਹੁੰਦਾ ਹੈ। ਜੀਵਨ ਦੇ ਪਹਿਲੇ 7 ਸਾਲ ਤੱਕ ਬੱਚਾ ਸਵੈ ਕੇਂਦਰਿਤ ਹੁੰਦਾ ਹੈ। ਲਗਭਗ 14 ਸਾਲ ਤੱਕ ਲੜਕੇ ਲੜਕਿਆਂ ਨਾਲ ਅਤੇ ਲੜਕੀਆਂ ਲੜਕੀਆਂ ਨਾਲ ਖੇਡਦੀਆਂ ਹਨ। ਇਸ ਉਪਰੰਤ ਲਗਭਗ 21 ਸਾਲ ਦੀ ਉਮਰ ਤੱਕ ਲੜਕੇ ਲੜਕੀਆਂ ਵਿੱਚ ਅਤੇ ਲੜਕੀਆਂ ਲੜਕਿਆਂ ਵਿੱਚ ਦਿਲਚਸਪੀ ਲੈਣ ਲੱਗ ਪੈਂਦੀਆਂ ਹਨ। ਇਸ ਨੂੰ ਕਿਸ਼ੋਰ ਅਵਸਥਾ ਅਤੇ ਜਵਾਨੀ ਦਾ ਮੁੱਢਲਾ ਦੌਰ ਕਿਹਾ ਜਾ ਸਕਦਾ ਹੈ। ਕਿਸ਼ੋਰ ਅਵਸਥਾ ਦੌਰਾਨ ਸਰੀਰ ਵਿੱਚ ਤਬਦੀਲੀਆਂ ਵਾਪਰਦੀਆਂ ਹਨ, ਨਵੀਂ ਊਰਜਾ ਉਪਜਦੀ ਹੈ ਅਤੇ ਕਾਮ ਇੱਛਾ ਦਾ ਜਨਮ ਹੁੰਦਾ ਹੈ।
ਇਸ ਅਵਸਥਾ ਵਿੱਚ ਲੜਕੀਆਂ ਅਤੇ ਲੜਕੇ ਮੂੰਹ ਜ਼ੋਰ ਹੋ ਜਾਂਦੇ ਹਨ। ਮਾਪਿਆਂ ਵੱਲੋਂ ਉਹਨਾਂ ਨੂੰ ਬੱਚੇ ਸਮਝਣਾ ਉਹਨਾਂ ਨੂੰ ਪ੍ਰਵਾਨ ਨਹੀਂ ਰਹਿੰਦਾ ਅਤੇ ਉਹ ਆਪਣੇ ਫੈਸਲੇ ਆਪ ਕਰਨੇ ਚਾਹੁੰਦੇ ਹਨ। ਇਹਨਾਂ ਹਾਲਤਾਂ ਵਿੱਚ ਪਹਿਲਾ ਪਿਆਰ ਵਾਪਰਦਾ ਹੈ, ਜਿਹੜਾ ਅਕਸਰ ਨੇੜਲੀ ਰਿਸ਼ਤੇਦਾਰੀ ਵਿਚਲੇ ਮੁੰਡੇ ਕੁੜੀਆਂ ਜਾਂ ਜਮਾਤੀਆਂ ਵਿਚਕਾਰ ਹੁੰਦਾ ਹੈ। ਦੋਵੇਂ ਧਿਰਾਂ ਇੱਕ ਦੂਜੇ ਦੇ ਸੰਸਾਰ ਵਿੱਚ ਝਾਕਣਾ ਚਾਹੁੰਦੀਆਂ ਹਨ, ਕਿਉਂਕਿ ਦੋਹਾਂ ਨੂੰ ਨਵੇਂ ਸਵਾਦਾਂ ਦਾ ਪਤਾ ਲੱਗਦਾ ਹੈ। ਕੁਦਰਤੀ ਦ੍ਰਿਸ਼ਟੀ ਤੋਂ ਇਸ ਉਮਰ ਵਿੱਚ ਪੁਰਸ਼ ਅਤੇ ਇਸਤਰੀ ਵਿਆਹ ਵਾਲੇ ਕਾਰਜ ਕਰਨ ਯੋਗ ਹੋ ਜਾਂਦੇ ਹਨ, ਪਰ ਸਮਾਜਿਕ ਆਰਥਿਕ ਕਾਰਨਾਂ ਕਰਕੇ ਇਹਨਾਂ ਦਾ ਹੋਰ ਲਗਭਗ 8-10 ਸਾਲ ਤੱਕ ਵਿਆਹ ਨਹੀਂ ਹੋਣਾ ਚਾਹੀਦਾ। ਇਸ ਅਵਸਥਾ ਵਿੱਚ ਲੜਕੀਆਂ ਅਤੇ ਲੜਕੇ ਮੂੰਹ ਜ਼ੋਰ ਹੋ ਜਾਂਦੇ ਹਨ। ਮਾਪਿਆਂ ਵੱਲੋਂ ਉਹਨਾਂ ਨੂੰ ਬੱਚੇ ਸਮਝਣਾ ਉਹਨਾਂ ਨੂੰ ਪ੍ਰਵਾਨ ਨਹੀਂ ਰਹਿੰਦਾ ਅਤੇ ਉਹ ਆਪਣੇ ਫੈਸਲੇ ਆਪ ਕਰਨੇ ਚਾਹੁੰਦੇ ਹਨ। ਇਹਨਾਂ ਹਾਲਤਾਂ ਵਿੱਚ ਪਹਿਲਾ ਪਿਆਰ ਵਾਪਰਦਾ ਹੈ, ਜਿਹੜਾ ਅਕਸਰ ਨੇੜਲੀ ਰਿਸ਼ਤੇਦਾਰੀ ਵਿਚਲੇ ਮੁੰਡੇ ਕੁੜੀਆਂ ਜਾਂ ਜਮਾਤੀਆਂ ਵਿਚਕਾਰ ਹੁੰਦਾ ਹੈ। ਦੋਵੇਂ ਧਿਰਾਂ ਇੱਕ ਦੂਜੇ ਦੇ ਸੰਸਾਰ ਵਿੱਚ ਝਾਕਣਾ ਚਾਹੁੰਦੀਆਂ ਹਨ, ਕਿਉਂਕਿ ਦੋਹਾਂ ਨੂੰ ਨਵੇਂ ਸਵਾਦਾਂ ਦਾ ਪਤਾ ਲੱਗਦਾ ਹੈ। ਕੁਦਰਤ ਦੀ ਦ੍ਰਿਸ਼ਟੀ ਤੋਂ ਇਸ ਉਮਰ ਵਿੱਚ ਪੁਰਸ਼ ਅਤੇ ਇਸਤਰੀ ਵਿਆਹ ਵਾਲੇ ਕਾਰਜ ਕਰਨ ਯੋਗ ਹੋ ਜਾਂਦੇ ਹਨ, ਪਰ ਸਮਾਜਿਕ ਆਰਥਿਕ ਕਾਰਨਾਂ ਕਰਕੇ ਇਹਨਾਂ ਦਾ ਹੋਰ ਲਗਭਗ 8-10 ਸਾਲ ਤੱਕ ਵਿਆਹ ਨਹੀਂ ਹੋਣਾ ਹੁੰਦਾ। ਸੋ ਇਹ ਅਰਸਾ ਪਿਆਰ ਦੇ ਅਰਧ ਵਿਆਹੇ ਦੌਰ ਵਿੱਚੋਂ ਲੰਘਦਾ ਹੈ। ਇਸ ਉਮਰ ਵਿੱਚ ਇੱਕ ਪਾਸੇ ਪੜ੍ਹਾਈ ਦੀ ਚਿੰਤਾ ਹੁੰਦੀ ਹੈ, ਦੂਜੇ ਪਾਸੇ ਕਾਮ ਦੇ ਜਜ਼ਬੇ ਦੀ ਸ਼ਿੱਦਤ ਪਰੇਸ਼ਾਨ ਕਰ ਰਹੀ ਹੁੰਦੀ ਹੈ। 20 ਕੁ ਸਾਲ ਦੀ ਉਮਰ ਤੱਕ ਪਿਆਰ ਅਨੁਭਵ ਬੜਾ ਤੀਬਰ ਹੁੰਦਾ ਹੈ, ਜਿਹੜਾ ਦੋਹਾਂ ਦੇ ਪੈਰ ਉਖਾੜ ਦਿੰਦਾ ਹੈ। 20-22 ਸਾਲ ਦੀ ਆਦਰਸ਼ਵਾਦੀ ਉਮਰ ਵਿੱਚ ਪੈਣ ਵਾਲੇ ਪਹਿਲੇ ਪਿਆਰ ਦਾ ਉਦੇਸ਼ ਵਧੇਰੇ ਕਰਕੇ ਵਿਆਹ ਕਰਨਾ ਹੁੰਦਾ ਹੈ। ਅਜੋਕੇ ਸੰਸਾਰ ਵਿੱਚ ਸਭ ਪ੍ਰਕਾਰ ਦੀ ਖੁੱਲ੍ਹ ਸੰਚਾਰ ਮਾਧਿਅਮਾਂ ਅਤੇ ਸਾਧਨਾਂ ਕਰਕੇ ਬੱਚੇ ਜਲਦੀ ਜਵਾਨ ਹੋ ਜਾਂਦੇ ਹਨ ਅਤੇ ਪਹਿਲਾ ਪਿਆਰ ਅਕਸਰ ਸਕੂਲ ਵਿੱਚ ਹੀ ਪੈ ਜਾਂਦਾ ਹੈ ਅਤੇ ਦਿਲ ਟੁੱਟਣ ਦਾ ਅਹਿਸਾਸ ਵੀ ਜਲਦੀ ਹੀ ਹੋ ਜਾਂਦਾ ਹੈ। ਜਿਹੜੇ ਪਹਿਲੇ ਪਿਆਰ ਵਿੱਚ ਹੀ ਪਤੀ ਪਤਨੀ ਬਣਨ ਦੀਆਂ ਸੌਹਾਂ ਖਾਣ ਲੱਗ ਪੈਂਦੇ ਹਨ, ਉਹਨਾਂ ਵਿੱਚ ਪ੍ਰੇਮੀ ਬਣਨ ਦੀਆਂ ਸੰਭਾਵਨਾਵਾਂ ਨਹੀਂ ਹੁੰਦੀਆਂ ਅਤੇ ਪਤੀ ਪਤੀ ਬਣਨ ਦੀ ਸੂਝ ਸਮਝ ਨਹੀਂ ਹੁੰਦੀ। ਇਹ ਲੰਮਾ ਅਰਸਾ ਬਚਪਨ ਵਿੱਚ ਹੀ ਵਿਚਰਦੇ ਰਹਿੰਦੇ ਹਨ। ਹੁਣ ਕਿਸੇ ਇੱਕ ਨਾਲ ਪਿਆਰ ਨਹੀਂ ਪੈਂਦਾ, ਇੱਕੋ ਵੇਲੇ ਜਾਂ ਅੱਗੇ ਪਿੱਛੇ ਕਈਆਂ ਨਾਲ ਪਿਆਰ ਹੋਣ ਦੀਆਂ ਸੰਭਾਵਨਾਵਾਂ ਉੱਪਰ ਪਈਆਂ ਹਨ। ਵੰਨ-ਸੁਵੰਨਤਾ ਅਜੋਕੇ ਯੁੱਗ ਦਾ ਵਿਸ਼ੇਸ਼ ਲੱਛਣ ਹੈ। ਖੇਤੀਬਾੜੀ ਵਾਲੀ ਪੇਂਡੂ ਅਵਸਥਾ ਵਿੱਚ ਅਕਸਰ ਕਿਸੇ ਇੱਕ ਨਾਲ ਹੀ ਪਿਆਰ ਪੈਂਦਾ ਸੀ, ਜਿਹੜਾ ਪੈਂਦਿਆਂ ਹੀ ਪੈਂਦਾ ਸੀ ਅਤੇ ਵਿਆਹ ਦੀ ਇੱਛਾ ਤਾਂ ਹੁੰਦੀ ਸੀ, ਪਰ ਸੰਭਾਵਨਾ ਉੱਕਾ ਹੀ ਨਹੀਂ ਸੀ ਹੁੰਦੀ। ਇਸ ਲਈ ਇਹ ਪਿਆਰ ਲੰਮਾ ਸਮਾਂ ਨਿਭਦਾ ਸੀ ਅਤੇ ਜੀਵਨ ਭਰ ਯਾਦ ਰਹਿੰਦਾ ਸੀ। ਉਦੋਂ ਕਿਸੇ ਤੇ ਕਿਸੇ ਦਾ ਦਿਲ ਤੋੜਨ ਦਾ ਇਲਜ਼ਾਮ ਨਹੀਂ ਸੀ ਲੱਗਦਾ, ਦੋਵੇਂ ਆਪਣੀਆਂ ਆਪਣੀਆਂ ਮਜਬੂਰੀਆਂ ਅੱਗੇ ਹਾਰ ਜਾਂਦੇ ਸਨ। ਹੁਣ ਜੀਵਨ ਵਿੱਚ ਹਰ ਕੋਈ ਔਸਤਨ 4-6 ਪਿਆਰ ਹੰਢਾਉਂਦਾ ਹੈ। ਹੁਣ ਜਦੋਂ ਕਿਸੇ ਨਾਲ ਪਿਆਰ ਹੋ ਜਾਂਦਾ ਹੈ ਤਾਂ 6-8 ਮਹੀਨਿਆਂ ਵਿੱਚ ਹੀ ਕੋਈ ਤੀਜੀ ਧਿਰ ਉਪਜ ਪੈਂਦੀ ਹੈ ਅਤੇ ਇਸ ਤੀਜੀ ਧਿਰ ਦੇ ਉਭਰਨ ਕਾਰਨ ਰਿਸ਼ਤਾ ਆਮੋ ਸਾਹਮਣੇ ਦਾ ਨਾ ਰਹਿ ਕੇ ਤਿਕੋਣਾ ਹੋ ਜਾਂਦਾ ਹੈ। ਸਾਡੀਆਂ ਫਿਲਮਾਂ ਵਿੱਚ ਦੋ ਇਸਤਰੀਆਂ ਇੱਕ ਪੁਰਸ਼ ਨੂੰ ਜਾਂ ਦੋ ਪੁਰਸ਼ ਇੱਕ ਇਸਤਰੀ ਨੂੰ ਪਿਆਰ ਕਰਦੇ ਹਨ ਅਤੇ ਰਿਸ਼ਤਿਆਂ ਦੀ ਤਿਕੋਣ ਕਾਰਨ ਹੀ ਫਿਲਮ ਰੋਚਕ ਬਣਦੀ ਹੈ। ਰਿਸ਼ਤੇ ਦੇ ਤਿਕੋਣਾ ਬਣਨ ਉਪਰੰਤ ਕੋਣ ਵੱਧਦੇ ਹੀ ਜਾਂਦੇ ਹਨ। ਰਿਸ਼ਤਿਆਂ ਦੀ ਤਿਕੋਣ ਵਿੱਚ ਵਿਆਹ ਦੇ ਸੰਬੰਧ ਵਿੱਚ ਇਸਤਰੀ ਆਪਣੇ ਦੋਹਾਂ ਪ੍ਰੇਮੀਆਂ ਅਤੇ ਪੁਰਸ਼ ਆਪਣੀਆਂ ਦੋਹਾਂ ਪ੍ਰੇਮਿਕਾਵਾਂ ਦੇ ਗੁਣਾਂ ਲੱਛਣਾਂ ਦਾ ਤੁਲਨਾਤਮਕ ਵਿਸ਼ਲੇਸ਼ਣ ਕਰਕੇ ਅਕਸਰ ਇੱਕ ਨੂੰ ਰੱਦ ਅਤੇ ਦੂਜੀ ਨੂੰ ਪ੍ਰਵਾਨ ਕਰਦਾ ਹੈ। ਇਵੇਂ ਰੱਦ ਹੋਣ ਵਾਲੀ ਧਿਰ ਦਾ ਦਿਲ ਟੁੱਟਦਾ ਹੈ। ਪ੍ਰੇਮੀ ਪ੍ਰੇਮਿਕਾ ਕਿਹੋ ਜਿਹੇ ਵੀ ਹੋਣ, ਇੱਕ ਦੂਜੇ ਨੂੰ ਤਿਆਗਣ ਦਾ ਕਾਰਜ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਉਸ ਦਾ ਬਦਲ ਉਪਜਦਾ ਹੈ। ਹੁਣ ਕਈ ਪੁਰਸ਼ਾਂ ਇਸਤਰੀਆਂ ਵਿੱਚ ਤਿਕੋਣੇ ਹੀ ਨਹੀਂ, ਬਹੁਕੋਣੇ ਰਿਸ਼ਤੇ ਹੰਢਾਉਣ ਦੀ ਯੋਗਤਾ ਵੀ ਉਪਜ ਪਈ ਹੈ। ਉਪਰੋਕਤ ਸਥਿਤੀ ਕਾਰਨ ਹੁਣ ਪਿਆਰ ਤੇਜ਼ੀ ਨਾਲ ਪੈ ਰਹੇ ਹਨ ਅਤੇ ਪੂਰੀ ਰਫ਼ਤਾਰ ਨਾਲ ਟੁੱਟ ਵੀ ਰਹੇ ਹਨ। ਜਿਹੜੇ ਆਪਣੇ ਕਰਤੱਵ ਨੂੰ ਯੋਗ ਮਹੱਤਵ ਦਿੰਦੇ ਹਨ, ਉਹ ਦਿਲ ਟੁੱਟਣ ਤੇ ਨਿਰੋਲ ਭਾਵੁਕਤਾ ਦੀ ਥਾਂ ਕੁਝ ਤਰਕ ਸੰਗਤ ਢੰਗ ਨਾਲ ਸੋਚਣ ਕਾਰਨ ਜਲਦੀ ਸੰਭਲ ਜਾਂਦੇ ਹਨ। 20-22 ਸਾਲ ਦੀ ਉਮਰ ਵਿੱਚ ਪਿਆਰ ਦੀ ਥਾਂ ਰੋਜ਼ਗਾਰ ਪਹਿਲੀ ਤਰਜੀਹ ਬਣਨ ਕਾਰਨ ਦਿਲ ਟੁੱਟਣ ਦਾ ਸੋਗ ਘਟ ਜਾਂਦਾ ਹੈ। ਭਾਰਤ ਵਿੱਚ ਪ੍ਰੇਮੀ ਦਿਲ ਟੁੱਟਣ ਤੇ ਮਨੋਵਿਗਿਆਨਕ ਅਤੇ ਭਾਵਕ ਉਲਝਣਾਂ ਦੇ ਮਾਹਿਰਾਂ ਦੀ ਮਦਦ ਲੈਣ ਤੋਂ ਝਿਜਕਦੇ ਹਨ। ਕਾਰਨ ਇਹ ਹੈ ਕਿ ਮਾਹਿਰ ਉਹੀ ਹੁੰਦੇ ਹਨ ਜਿਹੜੇ ਪਾਗਲਾਂ ਦਾ ਇਲਾਜ ਵੀ ਕਰਦੇ ਹਨ, ਸੋ ਪ੍ਰੇਮੀ ਪਾਗਲ ਕਹਾਏ ਜਾਣ ਤੋਂ ਡਰਦੇ ਹਨ। ਮਾਹਿਰਾਂ ਕੋਲ ਜਾਣ ਦੇ ਪੈਸੇ ਵੀ ਲੱਗਦੇ ਹਨ, ਜਿਹੜੇ ਬੇਰੁਜ਼ਗਾਰ ਪ੍ਰੇਮੀਆਂ ਕੋਲ ਹੁੰਦੇ ਨਹੀਂ। ਇੱਕ ਕਾਰਨ ਇਹ ਵੀ ਹੈ ਕਿ ਸਾਨੂੰ ਆਪਣੀ ਸਮੱਸਿਆ ਦੱਸਣੀ ਵੀ ਨਹੀਂ ਆਉਂਦੀ। ਅਸੀਂ ਅਸਲ ਗੱਲ ਨਹੀਂ ਦੱਸਦੇ, ਸੱਚ ਨਹੀਂ ਬੋਲਦੇ ਅਤੇ ਬੇਲੋੜੇ ਵੇਰਵੇ ਦੇਣ ਲੱਗ ਪੈਂਦੇ ਹਾਂ।
ਜਦੋਂ ਅਸੀਂ ਆਪਣੇ ਦਿਲ ਟੁੱਟਣ ਦੀ ਗੱਲ ਕਿਸੇ ਜਾਣੂ ਜਾਂ ਰਿਸ਼ਤੇਦਾਰ ਨਾਲ ਕਰਦੇ ਹਾਂ ਤਾਂ ਉਹ ਸਾਡਾ ਹੀ ਮੁਲਾਂਕਣ ਕਰਨ ਲੱਗ ਪੈਂਦਾ ਹੈ। ਜਦੋਂ ਪਰਿਵਾਰ ਨੂੰ ਦੱਸਿਆ ਜਾਂਦਾ ਹੈ ਤਾਂ ਪਰਿਵਾਰ ਸਾਨੂੰ ਸੁਣਦਾ ਘੱਟ ਤੇ ਸਾਡੇ ਤੇ ਹੱਸਦਾ ਵਧੇਰੇ ਹੈ। ਜਿਵੇਂ ਕਹਿ ਰਿਹਾ ਹੋਵੇ, ਓਹ ਤੁਸੀਂ ਪਿਆਰ ਕਰਨ ਜੋਗੇ ਵੀ ਹੋ ਗਏ ਹੋ। ਪਰੰਤੂ ਸਹੇਲੀਆਂ ਜਾਂ ਦੋਸਤ ਤੁਹਾਡੀ ਸਮੱਸਿਆ ਨੂੰ ਤੁਹਾਡੇ ਦ੍ਰਿਸ਼ਟੀਕੋਣ ਤੋਂ ਵੇਖਣ, ਸੁਣਨ, ਸਮਝਣ ਦਾ ਯਤਨ ਵੀ ਕਰਨਗੇ। ਜਦੋਂ ਕਿਸੇ ਦਾ ਦਿਲ ਟੁੱਟਦਾ ਹੈ ਤਾਂ ਉਹ ਅਕਸਰ ਪੁੱਛਦਾ ਹੈ, ਇਸ ਅਸਹਿ ਸਦਮੇ ਵਿੱਚੋਂ ਬਾਹਰ ਕਿਵੇਂ ਆਇਆ ਜਾ ਸਕਦਾ ਹੈ? ਕੀ ਉਸ ਨੂੰ ਭੁੱਲਿਆ ਜਾ ਸਕਦਾ ਹੈ? ਕੀ ਕਿਸੇ ਹੋਰ ਨਾਲ ਸੱਚਾ ਪਿਆਰ ਹੋ ਸਕੇਗਾ? ਮੈਨੂੰ ਉਸ ਦੀ ਵਾਰ-ਵਾਰ ਯਾਦ ਕਿਉਂ ਆਉਂਦੀ ਹੈ? ਸੰਭਲਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ? ਇਹਨਾਂ ਪ੍ਰਸ਼ਨਾਂ ਦੇ ਉੱਤਰ ਜੇ ਰੁਝੇਵੇਂ ਅਤੇ ਉਦੇਸ਼ ਹੋਣਗੇ ਤਾਂ ਸਦਮੇ ਵਿੱਚੋਂ ਜਲਦੀ ਬਾਹਰ ਆ ਜਾਵੋਗੇ। ਜਦੋਂ ਕਿਸੇ ਹੋਰ ਵਿੱਚ ਦਿਲਚਸਪੀ ਜਾਗੇਗੀ ਤਾਂ ਪਹਿਲੇ ਅਸਫਲ ਪਿਆਰ ਨੂੰ ਜ਼ਰੂਰ ਭੁੱਲ ਜਾਵੋਗੇ। ਭਾਵੇਂ ਨਵੀਂ ਦਿਲਚਸਪੀ ਇੱਕ ਪਾਸੜੀ ਹੋਵੇ, ਇਹ ਜਾਗਦੀ ਹੈ ਅਤੇ ਇਹ ਜਾਗੇਗੀ, ਕਿਉਂਕਿ ਜੋ ਇੱਕ ਵਾਰੀ ਹੋਇਆ ਹੁੰਦਾ ਹੈ ਉਹ ਦੁਬਾਰਾ ਵੀ ਵਾਪਰ ਸਕਦਾ ਹੈ ਅਤੇ ਵਾਪਰਦਾ ਹੈ। ਇਹ ਵੀ ਹੋ ਸਕਦਾ ਹੈ ਕਿ ਤੁਹਾਡਾ ਦਿਲ ਇੱਕ ਵਾਰੀ ਹੋਰ ਟੁੱਟੇ, ਪਰ ਇਸ ਨੂੰ ਬਰਦਾਸ਼ਤ ਕਰਨਾ ਮੁਸ਼ਕਲ ਨਹੀਂ ਹੋਵੇਗਾ। ਇਸਤਰੀਆਂ ਨੂੰ ਨਵਾਂ ਪਿਆਰ ਪਾਉਣ ਵਿੱਚ ਉਤਨੀ ਮੁਸ਼ਕਲ ਨਹੀਂ ਹੁੰਦੀ ਜਿਤਨੀ ਪੁਰਸ਼ਾਂ ਨੂੰ ਹੁੰਦੀ ਹੈ। ਸਥਿਤੀ ਉਦੋਂ ਗੰਭੀਰ ਬਣ ਜਾਂਦੀ ਹੈ ਜੇ ਦੋਵੇਂ ਇੱਕ ਹੀ ਥਾਂ ਪੜ੍ਹਦੇ ਜਾਂ ਕੰਮ ਕਰਦੇ ਜਾਂ ਰਹਿੰਦੇ ਹੋਣ ਅਤੇ ਰੋਜ਼ ਸਾਹਮਣਾ ਹੁੰਦਾ ਹੋਵੇ। ਅਜਿਹੀ ਸਥਿਤੀ ਵਿੱਚ ਦਿਲ ਦਾ ਟੁੱਟਣਾ ਵਧੇਰੇ ਪੀੜਤ ਕਰਦਾ ਹੈ। ਕੰਮਾਂ ਵਿੱਚ ਰੁੱਝੋ, ਪੁਸਤਕਾਂ ਪੜ੍ਹੋ, ਨਵੇਂ ਸ਼ੌਕ ਪਾਲੋ, ਪੁਰਾਣੇ ਗੀਤ ਸੁਣੋ, ਸੈਰ ਕਰੋ, ਰੌਣਕ ਵਾਲੀ ਥਾਂ ਜਾਓ, ਗੁਆਚਿਆ ਸੰਤੁਲਨ ਬਹਾਲ ਹੋ ਜਾਵੇਗਾ। ਨਵੇਂ ਹੋਏ ਨੁਕਸਾਨ ਦਾ ਵਾਰ-ਵਾਰ ਖਿਆਲ ਆਉਣਾ ਸੁਭਾਵਿਕ ਹੁੰਦਾ ਹੈ। ਭਾਵਕ ਨੁਕਸਾਨ ਪਦਾਰਥਕ ਹਾਨੀਆਂ ਨਾਲੋਂ ਵਧੇਰੇ ਦੁਖਦਾਈ ਹੁੰਦੇ ਹਨ। ਕੋਈ ਕਾਰਨ ਨਹੀਂ ਕਿ ਤੁਸੀਂ ਕਿਸੇ ਹੋਰ ਨੂੰ ਪਿਆਰ ਨਹੀਂ ਕਰ ਸਕੋਗੇ। ਦੂਜੇ ਪਿਆਰ ਵਿੱਚ ਪਹਿਲੇ ਪਿਆਰ ਦਾ ਤਜਰਬਾ ਕੰਮ ਆਵੇਗਾ। ਜਿਸ ਨੇ ਦਿਲ ਤੋੜਿਆ ਹੈ ਉਸ ਨੂੰ ਭੁੱਲਣ ਲਈ ਉਹ ਚੀਜ਼ਾਂ ਹੀ ਤਿਆਗ ਦਿਓ ਜਿਨ੍ਹਾਂ ਤੋਂ ਉਸ ਦੀ ਯਾਦ ਆਉਂਦੀ ਹੈ। ਉਸ ਦੀਆਂ ਤਸਵੀਰਾਂ ਨਾ ਵੇਖੋ। ਅਜਿਹੀ ਸਥਿਤੀ ਵਿੱਚ ਇਕੱਲੇ ਨਾ ਵਿਚਰੋ ਅਤੇ ਕਿਸੇ ਨਾਲ ਰਲ ਕੇ ਕੁਝ ਕਰਨ ਦਾ ਬੀੜਾ ਚੁੱਕੋ। ਜੇ ਫਿਰ ਵੀ ਉਸ ਦੀ ਯਾਦ ਆਉਂਦੀ ਹੈ ਤਾਂ ਆਉਣ ਦਿਓ। ਜਿਵੇਂ ਇਹ ਯਾਦ ਆਪ ਮੁਹਾਰੇ ਆਈ ਹੈ ਉਵੇਂ ਹੀ ਆਪ ਮੁਹਾਰੇ ਚਲੀ ਵੀ ਜਾਵੇਗੀ। ਯਾਦ ਹੀ ਆਈ ਹੈ, ਉਹ ਆਪ ਤਾਂ ਨਹੀਂ ਆਈ। ਇਹ ਵੀ ਯਾਦ ਰੱਖੋ ਕਿ ਨਿਰਮੋਹੀ ਪੰਛੀ ਉੱਡ ਗਿਆ ਹੈ, ਅਸਮਾਨ ਖਾਲੀ ਹੈ, ਸੋ ਆਜ਼ਾਦੀ ਦਿਵਸ ਮਨਾਓ। ਦੋਸਤਾਂ ਸਹੇਲੀਆਂ ਨਾਲ ਸਮਾਂ ਗੁਜ਼ਾਰੋ। ਆਪਣੀਆਂ ਗਲਤੀਆਂ ਤੇ ਹੱਸੋ ਅਤੇ ਜੋ ਬਚ ਗਿਆ ਹੈ ਉਸ ਦਾ ਮਾਣ ਕਰੋ। ਸਾਬਕਾ ਪ੍ਰੇਮੀ ਜਾਂ ਪ੍ਰੇਮਿਕਾ ਨਾਲ ਕੋਈ ਸੰਪਰਕ ਨਹੀਂ ਰੱਖਣਾ ਚਾਹੀਦਾ। ਉਸ ਨੂੰ ਮਨਾਉਣ ਜਾਂ ਟੁੱਟੇ ਸੁਪਨੇ ਨੂੰ ਜੋੜਨ ਦਾ ਯਤਨ ਸਫਲ ਨਹੀਂ ਹੋਵੇਗਾ। ਜੇ ਟੁੱਟਿਆ ਰਿਸ਼ਤਾ ਬਹਾਲ ਹੋ ਵੀ ਜਾਵੇ ਉਸ ਵਿੱਚੋਂ ਤਸੱਲੀ ਨਹੀਂ ਮਿਲੇਗੀ। ਜੇ ਕਿਸੇ ਸਦਮੇ ਦਾ ਲੋੜੀਂਦੀ ਮਾਤਰਾ ਅਤੇ ਮਿਆਦ ਤੱਕ ਸੋਗ ਬਣਾ ਲਿਆ ਜਾਵੇ ਤਾਂ ਸਦਮਾ ਸਦਮਾ ਨਹੀਂ ਰਹਿੰਦਾ, ਅਨੁਭਵ ਅਤੇ ਤਜਰਬਾ ਬਣ ਜਾਂਦਾ ਹੈ, ਜਿਸ ਨਾਲ ਸਾਡੀ ਸ਼ਖਸੀਅਤ ਨਿਖਰਦੀ ਵੀ ਹੈ ਅਤੇ ਬਲਵਾਨ ਵੀ ਹੁੰਦੀ ਹੈ। ਇਹੀ ਕਾਰਨ ਹੈ ਕਿ ਹਰ ਮਗਰਲਾ ਪਿਆਰ ਪਹਿਲੇ ਨਾਲੋਂ ਵੱਧ ਦਿਲਚਸਪ, ਸੰਤੁਲਿਤ ਅਤੇ ਵਧੇਰੇ ਸੰਭਾਵਨਾਵਾਂ ਵਾਲਾ ਹੁੰਦਾ ਹੈ। ਜਿਨ੍ਹਾਂ ਦਾ ਦਿਲ ਨਹੀਂ ਟੁੱਟਦਾ ਅਤੇ ਪ੍ਰੇਮ ਵਿਆਹ ਹੋ ਜਾਂਦਾ ਹੈ, ਉਹਨਾਂ ਦੀ ਹਾਲਤ ਦਿਲ ਟੁੱਟਣ ਵਾਲਿਆਂ ਦੀ ਹਾਲਤ ਤੋਂ ਚੰਗੇਰੀ ਨਹੀਂ ਹੁੰਦੀ, ਕਿਉਂਕਿ ਜੇ ਪ੍ਰੇਮੀ ਅਤੇ ਪ੍ਰੇਮਿਕਾ ਨੂੰ ਇੱਕ ਦੂਜੇ ਨਾਲ ਪਤੀ ਪਤਨੀ ਵਾਂਗ ਰਹਿਣਾ ਪੈਂਦਾ ਹੈ ਤਾਂ ਉਸ ਨੂੰ ਉਹ ਪ੍ਰੇਮਿਕਾ ਜਾਂ ਪ੍ਰੇਮੀ ਕੋਈ ਹੋਰ ਬੰਦਾ ਪ੍ਰਤੀਤ ਹੋਣ ਲੱਗ ਪੈਂਦਾ ਹੈ ਅਤੇ ਦੋਹਾਂ ਨੂੰ ਆਪਣੀ ਚੋਣ ਦਾ ਮਾਣ ਨਹੀਂ ਰਹਿੰਦਾ। ਪਿਆਰ ਵਿੱਚ ਸਾਨੂੰ ਵਿਸ਼ੇਸ਼ ਵਿਅਕਤੀ ਵਾਲਾ ਤਰਜੀਹੀ ਵਿਹਾਰ ਮਿਲਦਾ ਹੈ, ਜਦੋਂ ਕਿ ਵਿਆਹ ਉਪਰੰਤ ਸਾਡੇ ਹਰੇਕ ਵਿਹਾਰ ਦੀ ਪੁਣ-ਛਾਣ ਹੁੰਦੀ ਹੈ। ਜੇ ਪ੍ਰੇਮੀ ਪ੍ਰੇਮਿਕਾ ਦਾ 5 ਸਾਲ ਪਿਆਰ ਚੱਲਿਆ ਹੋਵੇ ਅਤੇ ਉਹਨਾਂ ਦਾ ਵਿਆਹ ਹੋ ਜਾਵੇ ਤਾਂ 1 ਮਹੀਨੇ ਉਪਰੰਤ ਉਹਨਾਂ ਦਾ ਵਿਆਹ 1 ਮਹੀਨਾ ਪੁਰਾਣਾ ਨਹੀਂ ਹੁੰਦਾ, 5 ਸਾਲ 1 ਮਹੀਨਾ ਪੁਰਾਣਾ ਹੋ ਜਾਂਦਾ ਹੈ ਅਤੇ ਉਹ ਦੋਵੇਂ ਜਲਦੀ ਹੀ ਅਕੇਵੇਂ ਕਾਰਨ ਇੱਕ ਦੂਜੇ ਤੋਂ ਅਵੇਸਲੇ ਹੋਣ ਲੱਗ ਪੈਂਦੇ ਹਨ। ਅਜੋਕੇ ਸੰਸਾਰ ਵਿੱਚ ਇਹ ਸੋਚ ਕੇ ਪਿਆਰ ਕਰੋ ਕਿ ਦਿਲ ਨੇ ਟੁੱਟਣਾ ਹੀ ਹੈ, ਸੋ ਲੋੜੀਂਦੀ ਤਿਆਰੀ ਕਰਕੇ ਰੱਖਣੀ ਚਾਹੀਦੀ ਹੈ। ਪਰ ਨਵੀਂ ਗੱਲ ਇਹ ਹੈ ਕਿ ਹੁਣ ਟੁੱਟੇ ਦਿਲ ਨੂੰ ਵੀ ਪਲਸਤਰ ਲੱਗ ਜਾਂਦਾ ਹੈ। ਕੋਈ ਐਲਾਨ ਕਰਕੇ ਕਿਸੇ ਦਾ ਦਿਲ ਨਹੀਂ ਤੋੜਦਾ। ਦਿਲ ਟੁੱਟਣ ਉਪਰੰਤ ਆਪਣੇ ਆਪ ਨੂੰ ਚੰਗੀ ਕਿਸਮਤ ਵਾਲਾ ਸਮਝੋ ਕਿ ਤੁਹਾਨੂੰ ਕਿਸੇ ਨੇ ਪਿਆਰ ਕੀਤਾ ਸੀ ਅਤੇ ਉਸਨੇ ਤੁਹਾਨੂੰ ਤਿਆਗਣ ਯੋਗ ਵੀ ਸਮਝਿਆ ਹੈ ਅਤੇ ਤੁਹਾਡੇ ਉੱਤੇ ਹਮੇਸ਼ਾ ਵਾਸਤੇ ਕਬਜ਼ਾ ਨਹੀਂ ਕੀਤਾ। ਧੰਨਵਾਦ।